है, मेरे जीने का कारण तू है। मैं जीऊं या मरूं वो तेरे लिए है, तू मेरा प्रभु। मेरे जीवन का मकसद तू है, मेरे जीने का कारण तू है। मैं जीऊं या मरूं वो तेरे लिए है, तू मेरा प्रभु। पिछला सब भूल कर मैं आगे दौड़ा चलूं, जो मेरे लिए धन था उसको मैं त्याग दूं। पिछला सब भूल कर मैं आगे दौड़ा चलूं, जो मेरे लिए धन था उसको मैं त्याग दूं। कि मैं पाऊं उससे पुरस्कार, दौड़ा मैं जाऊं। कि मैं पाऊं उससे पुरस्कार, दौड़ा मैं जाऊं। मैं जीऊं या मरूं वो तेरे लिए है, तू मेरा प्रभु। मेरे जीवन का मकसद तू है, मेरे जीने का कारण तू है। मैं जीऊं या मरूं वो तेरे लिए है, तू मेरा प्रभु। मेरे जीवन का मकसद तू है, मेरे जीने का कारण तू है। मैं जीऊं या मरूं वो तेरे लिए है, तू मेरा प्रभु। इज़राइल दे परमेश्वर, अब्राहम, आइज़क, जैकब दे परमेश्वर, थोड़े नाम दे विच पिता सी इकट्ठे हुए जीसस नाम द्वारा। परमेश्वर अपनी बरकत आशीर्वाद की संगत इस मीटिंग के उत्ते भेजे। जो भी थोड़े बचना नूं सुनदे प्रभु, उन्हां सारियां नूं छू प्रभु। थोड़ी पवित्र आत्मा आशीर्वाद देवे, उन्हां दे मन दिमाग खोले थोड़े बचना नूं समझण दे लई। हे परमेश्वर जीसस, असी सारियां चीज़ां थोड़ा धन्नवाद करते हैं जो तुसी साडियां लोड़ां नूं पूरियां कीता, साडे मेज ते खाना रखिया, तन ते पहनण लई कपड़े दिते। थोड़ियां सारियां आशीर्वादां दा असी धन्नवाद करते पिता। हे परमेश्वर जीसस, पवित्र आत्मा प्रभु इस मीटिंग विच आवे, सबना नूं छुए जीसस नाम द्वारा। आमीन। बत्तीवां जबूर पढ़ दे। धन है ओ जेदा अपराध खिमा हो गया, जेदा पाप ढकिया होया है। धन है वो आदमी जेदी बदी यहोवा ओदे लेखे नहीं लाउंदा, अते जेदे आत्मा विच कपट नहीं। जब मैं चुप रह रहा
ਮੇਰੀਆਂ ਹੱਡੀਆਂ ਸਾਰਾ ਦਿਨ ਖੂੰਗਣ ਨਾਲ ਗਲ ਗਈਆਂ। ਕਿਉਂ ਜੋ ਤੇਰਾ ਹੱਥ ਦਿਨੇ ਰਾਤ ਮੇਰੇ ਉੱਤੇ ਭਾਰਾ ਸੀ। ਮੇਰੀ ਤਰੀ ਗਰਮੀ ਦੀ ਔੜ ਵਿੱਚ ਬਦਲ ਗਈ। ਮੈਂ ਤੇਰੇ ਅੱਗੇ ਆਪਣੇ ਪਾਪਾਂ ਦਾ ਇਕਰਾਰ ਕੀਤਾ ਅਤੇ ਆਪਣੀ ਬਦੀ ਨਹੀਂ ਲੁਕਾਈ। ਮੈਂ ਆਖਿਆ ਕਿ ਮੈਂ ਆਪਣੇ ਅਪਰਾਧਾਂ ਨੂੰ ਯਹੋਵਾ ਦੇ ਅੱਗੇ ਮੰਨ ਲਵਾਂਗਾ, ਤਾਂ ਤੈਂ ਆਪ ਮੇਰੇ ਪਾਪ ਦੀ ਬਦੀ ਨੂੰ ਚੁੱਕ ਲਿਆ। ਇਸ ਕਰਕੇ ਹਰੇਕ ਤੇਰੇ ਲੱਭ ਪੈਣ ਦੇ ਵੇਲੇ ਤੇਰੇ ਅੱਗੇ ਪ੍ਰਾਰਥਨਾ ਕਰੇ। ਸੱਚਮੁੱਚ ਜਦ ਵੱਡੇ ਪਾਣੀਆਂ ਦੇ ਹੜ੍ਹ ਆਉਣ ਤਾਂ ਉਹਦੀ ਤੌੜੀ ਕਦੇ ਨਹੀਂ ਉਪੜਨਗੇ। ਤੂੰ ਮੇਰੇ ਲੁਕਣ ਦਾ ਥਾਂ ਹੈ। ਤੂੰ ਮੈਨੂੰ ਤੰਗੀ ਤੋਂ ਬਚਾ ਰੱਖਿਆ। ਤੂੰ ਮੈਨੂੰ ਛੁਟਕਾਰੇ ਦੇ ਲਲਕਾਰਿਆਂ ਨਾਲ ਘੇਰੇਗਾ। ਮੈਂ ਤੈਨੂੰ ਸਮਝ ਦਵਾਂਗਾ ਅਤੇ ਜਿਸ ਰਾਹ ਉੱਤੇ ਤੈਂ ਚੱਲਣਾ ਹੈ ਤੈਨੂੰ ਸਿਖਾਵਾਂਗਾ। ਤੇਰੇ ਉੱਤੇ ਨਿਗਾਹ ਰੱਖ ਕੇ ਸਲਾਹ ਦਿਆਂਗਾ। ਤੁਸੀਂ ਘੋੜੇ ਤੇ ਖੱਚਰ ਵਰਗੇ ਨਾ ਹੋਣਾ, ਜਿਹੜੇ ਬੇਸਮਝ ਹਨ। ਲਗਾਮ ਔਰ ਵਾਗ ਨਾਲ ਉਹਨਾਂ ਨੂੰ ਕਾਬੂ ਰੱਖੀਦਾ ਹੈ, ਨਹੀਂ ਤਾਂ ਉਹ ਤੇਰੇ ਨੇੜੇ ਨਾ ਆਉਣਗੇ। ਦੁਸ਼ਟ ਉੱਤੇ ਬਹੁਤ ਸਾਰੀਆਂ ਵਿਪਤਾ ਹਨ, ਪਰ ਯਹੋਵਾ ਦੇ ਵਿਸ਼ਵਾਸੀ ਨੂੰ ਦਇਆ ਘੇਰੀ ਰੱਖੇਗੀ। ਹੇ ਧਰਮੀਓ, ਯਹੋਵਾ ਵਿੱਚ ਆਨੰਦ ਹੋਵੋ ਅਤੇ ਖੁਸ਼ੀ ਮਨਾਓ। ਹੇ ਸਾਰੇ ਸਿੱਧੇ ਦਿਲੋਂ ਜੈਕਾਰਾ ਗਜਾਓ। ਆਮੀਨ। ਆਮੀਨ। ਰੋਮੀਆਂ ਦਾ 4 ਅਧਿਆਇ ਸੰਤ ਸਾਨੂੰ ਇੱਥੇ ਫਿਰ ਸਮਝਾਉਂਦੇ ਅਤੇ ਹੁਣ ਇਹ ਕਹਾਣੀ ਇਬਰਾਹਿਮ ਦੀ ਲੈਂਦੇ ਕਿ ਇਬਰਾਹਿਮ ਪਰਮੇਸ਼ਵਰ ਨਾਲ ਕਿਸ ਤਰ੍ਹਾਂ ਧਰਮੀ ਠਹਿਰਿਆ। ਉਹ ਆਪਣੇ ਕੰਮਾਂ ਦੇ ਨਾਲ ਨਹੀਂ, ਬਲਕਿ ਪਰਮੇਸ਼ਵਰ ਦੇ ਉੱਤੇ ਯਕੀਨ ਰੱਖਣ ਨਾਲ ਉਹ ਧਰਮੀ ਠਹਿਰਿਆ। ਧਰਮੀ ਦਾ ਮਤਲਬ ਕੀ? ਪਰਮੇਸ਼ਵਰ ਦੇ ਨਾਲ ਸਹੀ ਰਿਸ਼ਤਾ ਹੋਣਾ। ਪਰਮੇਸ਼ਵਰ ਦੀ ਕਿਰਪਾ ਆ ਜਿਹਦੇ ਦੁਆਰਾ ਸਾਨੂੰ ਪਾਪਾਂ ਦੀ ਮਾਫੀ ਮਿਲਦੀ ਹੈ। ਪ੍ਰਭੂ ਜੀਸਸ ਵਿੱਚ ਵਿਸ਼ਵਾਸ ਦੁਆਰਾ ਸਾਡੇ ਪਾਪਾਂ ਦਾ ਦੋਸ਼ ਮਾਫ ਜਾਂ ਸਾਫ਼ ਕੀਤਾ ਜਾਂਦਾ ਹੈ। ਸੋ ਅਸੀਂ ਪੜ੍ਹਦੇ ਹਾਂ, ਫਿਰ ਅਸੀਂ ਕੀ ਆਖੀਏ? ਸਾਡੇ ਸਰੀਰਕ ਪਿਤਾ ਇਬਰਾਹਿਮ ਨੂੰ ਕੀ ਲੱਭਿਆ ਹੈ? ਕਿਉਂ ਜੋ ਇਬਰਾਹਿਮ ਕਰਨੀਆਂ ਕਰਕੇ ਧਰਮੀ ਠਹਿਰਾਇਆ ਗਿਆ ਤਾਂ ਉਹਨੂੰ ਘਮੰਡ ਦਾ ਥਾਂ ਹੈ, ਪਰੰਤੂ ਪਰਮੇਸ਼ਵਰ ਦੇ ਅੱਗੇ ਨਹੀਂ। ਜੇ ਇਬਰਾਹਿਮ ਆਪਣੇ ਚੰਗੇ ਕੰਮਾਂ ਦੇ ਨਾਲ, ਪੁੰਨਦਾਨ ਕਰਨ ਦੇ ਨਾਲ ਅਗਰ ਉਹਦਾ ਰਿਸ਼ਤਾ ਰੱਬ ਨਾਲ ਸਹੀ ਹੋਇਆ ਤਾਂ ਫਿਰ ਇਬਰਾਹਿਮ ਘਮੰਡ ਕਰ ਸਕਦਾ ਕਿ ਅਸਾਂ ਰੱਬ ਮੈਂ ਆਹ ਕੀਤਾ, ਮੈਂ ਦਸੌਂਦ ਤੇਰੇ ਮੰਦਰ ਨੂੰ ਦਿੱਤਾ, ਗਰੀਬਾਂ ਦੀ ਮਦਦ ਕੀਤੀ, ਭੁੱਖਿਆਂ ਨੂੰ
ਰੋਟੀ ਖਵਾਈ, ਫਿਰ ਉਹ ਘਮੰਡ ਕਰ ਸਕਦਾ ਸੀ ਪਰਮੇਸ਼ਵਰ ਮੈਂ ਆ ਕੀਤਾ, ਮੈਂ ਆ ਕੀਤਾ, ਮੇਰੇ ਚੰਗੇ ਕੰਮਾਂ ਨੇ ਮੈਨੂੰ ਤੇਰੇ ਨਾਲ ਸਹੀ ਕੀਤਾ। ਇਬਰਾਹਿਮ ਅਗਰ ਕਰਨੀਆਂ ਕਰਕੇ, ਕੰਮਾਂ ਕਰਕੇ ਰੱਬ ਨਾਲ ਸਹੀ ਹੋਇਆ ਹੁੰਦਾ ਤਾਂ ਉਹ ਘਮੰਡ ਕਰ ਸਕਦਾ ਸੀ। ਪਰ ਅਸੀਂ ਕਹਾਂ ਪੜ੍ਹਦੇ ਹਾਂ, ਧਰਮ ਪੁਸਤਕ ਕੀ ਕਹਿੰਦੀ ਆ? ਇਬਰਾਹਿਮ ਨੇ ਪਰਮੇਸ਼ਵਰ ਤੇ ਵਿਸ਼ਵਾਸ ਕੀਤਾ, ਉਹਦੇ ਲਈ ਧਰਮ ਗਿਣੀ ਗਈ। ਇਬਰਾਹਿਮ ਦਾ ਰਿਸ਼ਤਾ ਰੱਬ ਨਾਲ ਸਹੀ ਬਣਿਆ, ਚੰਗੇ ਕੰਮਾਂ ਕਰਕੇ ਨਹੀਂ ਬਲਕਿ ਯਕੀਨ ਕਰਕੇ ਉਸਨੇ ਪਰਮੇਸ਼ਵਰ ਤੇ ਯਕੀਨ ਕੀਤਾ ਅਤੇ ਉਹਦੇ ਯਕੀਨ ਨੇ ਉਹਦਾ ਰਿਸ਼ਤਾ ਰੱਬ ਦੇ ਨਾਲ ਸਹੀ ਬਣਾਇਆ। ਇਬਰਾਹਿਮ ਨੇ ਪਰਮੇਸ਼ਵਰ ਦੇ ਬੁਲਾਵੇ ਦਾ ਜਵਾਬ ਦਿੱਤਾ। ਸਾਨੂੰ ਬਾਈਬਲ ਦੱਸਦੀ ਕਿ ਇਬਰਾਹਿਮ ਮੈਸੋਪੋਟੇਮੀਆ ਵਿੱਚ, ਜਿਹੜਾ ਕਿ ਹੁਣ ਇਰਾਕ ਆ, ਉੱਥੇ ਰਹਿੰਦਾ ਸੀ। ਉੱਥੇ ਦੇ ਲੋਕ, ਇਬਰਾਹਿਮ ਦੇ ਰਿਸ਼ਤੇਦਾਰ, ਇੱਥੋਂ ਤੱਕ ਕਿ ਇਬਰਾਹਿਮ ਦਾ ਬਾਪ, ਇਹ ਸਾਰੇ ਮੂਰਤੀ ਪੂਜਕ ਲੋਕ ਸੀ। ਦੇਵੀਆਂ ਦੇਵਤਿਆਂ ਨੂੰ ਮੰਨਣ ਵਾਲੇ, ਹੋਰ ਧਰਮਾਂ ਨੂੰ ਮੰਨਣ ਵਾਲੇ ਅਤੇ ਕਈ ਤਰ੍ਹਾਂ ਦੀਆਂ ਰੀਤੀਆਂ ਰਿਵਾਜ ਰਸਮ ਰੱਖਣ ਵਾਲੇ, ਪਰ ਸੱਚੇ ਰੱਬ ਤੋਂ ਅਣਜਾਣ ਸੀ। ਪਰ ਪਰਮੇਸ਼ਵਰ ਇਬਰਾਹਿਮ ਨਾਲ ਬੋਲਿਆ ਅਤੇ ਇਬਰਾਹਿਮ ਨੇ ਪਰਮੇਸ਼ਵਰ ਦੀ ਆਵਾਜ਼ ਦਾ ਜਵਾਬ ਦਿੱਤਾ ਅਤੇ ਰੱਬ ਨੇ ਇਬਰਾਹਿਮ ਨੂੰ ਕਿਹਾ, ਇਬਰਾਹਿਮ ਇਹਨਾਂ ਲੋਕਾਂ ਤੋਂ ਅਲੱਗ ਹੋ, ਇਹ ਦੇਸ਼ ਛੱਡ ਕੇ ਹੋਰ ਦੇਸ਼ ਨੂੰ ਜਾ, ਜਿਹੜਾ ਦੇਸ਼ ਦਾ ਨਾਂ ਕੈਨਾ ਹੈ, ਉਸ ਦੇਸ਼ ਜਿਸ ਤੋਂ ਇਬਰਾਹਿਮ ਅਣਜਾਣ ਸੀ। ਇਬਰਾਹਿਮ ਨੂੰ ਇਹ ਵੀ ਨਹੀਂ ਸੀ ਪਤਾ ਉਹ ਦੇਸ਼ ਹੈ ਕਿੱਥੇ, ਕਿੱਥੇ ਨੂੰ ਜਾਣਾ। ਪਰ ਇਬਰਾਹਿਮ ਨੇ ਪਰਮੇਸ਼ਵਰ ਦੀ ਆਵਾਜ਼ ਨੂੰ ਮੰਨਿਆ। ਉਸਨੇ ਆਪਣਾ ਸਮਾਨ ਚੱਕਿਆ, ਆਪਣੀ ਔਰਤ ਨਾਲ, ਸੇਰਾ ਜਿਹੜੀ ਕਿ ਹਜੇ ਉਹਦੇ ਕੋਈ ਔਲਾਦ ਨਹੀਂ ਸੀ, ਨੌਕਰਾਂ ਨੂੰ ਨਾਲ ਲੈ ਕੇ, ਆਪਣੇ ਭਤੀਜੇ ਲੋਟ ਨੂੰ ਨਾਲ ਲੈ ਕੇ ਤੁਰ ਪਿਆ। ਕਿੱਥੇ ਨੂੰ ਉਹਨੂੰ ਆਪ ਨਹੀਂ ਪਤਾ ਕਿੱਥੇ, ਬਲਕਿ ਯਕੀਨ ਕਿ ਪਰਮੇਸ਼ਵਰ ਉਹਨੂੰ ਦੱਸੂਗਾ, ਰਾਹ ਦਿਖਾਊਂਗਾ, ਉਹਨੂੰ ਸਹੀ ਜਗ੍ਹਾ ਤੇ ਪਰਮੇਸ਼ਵਰ ਲੈ ਕੇ ਜਾਊਂਗਾ। ਅਤੇ ਜਦੋਂ ਇਬਰਾਹਿਮ ਨੇ ਪਰਮੇਸ਼ਵਰ ਦਾ ਕਹਿਣਾ ਮੰਨਿਆ, ਪਰਮੇਸ਼ਵਰ ਨਾਮ ਨਾਲ ਉਹਦੀ ਰਿਸ਼ਤੇਦਾਰੀ ਦੇ ਵਿੱਚ, ਉਹਦੇ ਨੇਮ ਦੇ ਰਿਸ਼ਤੇਦਾਰੀ ਵਿੱਚ ਦਾਖਲ ਹੋਇਆ। ਹੁਣ ਇਬਰਾਹਿਮ ਦਾ ਰਿਸ਼ਤਾ ਰੱਬ ਨਾਲ ਹੋਇਆ। ਕਿਸ ਤਰ੍ਹਾਂ ਦੇ? ਚੰਗੇ ਕੰਮਾਂ ਨਾਲ ਨਹੀਂ, ਯਕੀਨ ਤੇ ਇਬਰਾਹਿਮ ਨੇ ਰੱਬ ਨੂੰ ਮੰਨਿਆ। ਜਦੋਂ ਪਰਮੇਸ਼ਵਰ ਹੁਕਮ ਦਿੰਦਾ ਤੂੰ ਮੈਸੋਪੋਟੇਮੀਆ ਨੂੰ ਛੱਡ ਕੇ ਕੈਨਾ ਦੀ ਜ਼ਮੀਨ ਨੂੰ ਜਾ, ਉਹ ਜਾਣ ਲਈ ਤਿਆਰ ਹੋਇਆ। ਅਤੇ ਕਿਉਂਕਿ ਉਸਨੇ ਰੱਬ ਦੀ ਆਗਿਆ ਨੂੰ ਮੰਨਿਆ, ਪਰਮੇਸ਼ਵਰ ਉਤੇ ਪੂਰਾ ਯਕੀਨ ਕੀਤਾ ਕਿ ਰੱਬ ਉਹਨੂੰ ਸਹੀ ਜਗ੍ਹਾ ਤੇ ਲੈ ਕੇ ਜਾਊਂਗਾ, ਰੱਬ ਉਹਨੂੰ ਰਾਹ ਦਿਖਾਊਂਗਾ। ਅਤੇ ਉਹਦੇ ਇਸ ਵਿਸ਼ਵਾਸ ਨੇ ਉਹਦਾ ਰਿਸ਼ਤਾ ਪਰਮੇਸ਼ਵਰ ਦੇ ਨਾਲ ਠੀਕ ਜਾਂ ਸਹੀ ਕੀਤਾ। ਆਦਮੀ ਆਪਣੀ ਕਰਨੀਆਂ ਤੇ ਅਗਰ ਮੈਂ ਕਰਾਂ ਰੱਬ ਖੁਸ਼ ਹੋ, ਜਿੰਨੇ ਕੰਮ ਮੈਂ ਚੰਗੇ ਕਰਾਂ, ਚੰਗੇ ਕੰਮਾਂ ਦੁਆਰਾ ਮੈਨੂੰ ਪਰਮਾਤਮਾ ਮਿਲੂ, ਇਹ ਲੋਕਾਂ ਦਾ ਵਿਸ਼ਵਾਸ ਹੈ। ਲੋਕੀ ਮੰਨਦੇ ਕਿ ਜੇ ਮੈਂ ਸਰੀਰ ਦੇ ਵਿੱਚ ਦੁੱਖ ਭੋਗਾਂ ਤਾਂ ਪਰਮੇਸ਼ਵਰ ਦਇਆਵਾਨ ਹੋ ਕੇ ਮੇਰੇ ਵੱਲ ਦੇਖੇਗਾ, ਰੱਬ ਆਪਣਾ ਰਿਸ਼ਤਾ ਮੇਰੇ ਨਾਲ ਗੰਢੇਗਾ, ਪਰਮੇਸ਼ਵਰ ਮੇਰੇ ਪਾਪਾਂ ਨੂੰ ਮਾਫ ਕਰੂੰਗਾ। ਕਈ ਮੁਲਕਾਂ ਦੇ ਵਿੱਚ ਲੋਕੀ ਆਪਣੇ ਸਰੀਰ ਤੇ ਦੁੱਖ ਭੋਗਦੇ ਆ, ਮੰਨਦੇ ਆ ਕਿ ਚੰਗਾ ਕੰਮ ਕਰਨ ਨਾਲ, ਦੁੱਖ ਭੋਗਣ ਦੇ ਨਾਲ ਉਹਨਾਂ ਦੇ ਪਾਪ ਬਖਸ਼ਾਏ ਜਾਣਗੇ, ਪਰਮੇਸ਼ਵਰ ਕਬੂਲ ਕਰੂੰਗਾ। ਇੰਡੀਆ ਦੇ ਵਿੱਚ ਜੋ ਤੁਸੀਂ ਗੰਗਾ ਦੇ ਦਰਿਆ ਕੰਢੇ ਜਾਂਦੇ ਆ, ਬਨਾਰਸ ਨੂੰ ਜਾਂਦੇ, ਤੁਹਾਨੂੰ ਕਈ ਬੰਦੇ ਮਿਲਣਗੇ ਜਿਹੜੇ ਇੱਕ ਲੱਤ ਤੇ ਕਈ ਸਾਲਾਂ ਤੱਕ ਖੜੇ। ਕਾਹਦੇ ਲਈ? ਉਹ ਮੰਨਦੇ ਕਿਸ ਤਰ੍ਹਾਂ ਦੁੱਖ ਭੋਗਣਾ ਉਹਨਾਂ ਨੂੰ ਗਾਹਾਂ ਮੁਕਤੀ ਮਿਲੂ, ਪਾਪ ਬਖਸ਼ਾਏ ਜਾਣਗੇ, ਰੱਬ ਉਹਨਾਂ ਨੂੰ ਕਬੂਲ ਕਰੂ। ਕਈ ਕੰਢਿਆਂ ਦੇ ਮੰਜੇ ਤੇ ਸੌਂਦੇ ਆ, ਮੇਖਾਂ ਦੇ ਮੰਜੇ ਤੇ ਸੌਂਦੇ ਆ, ਦੁੱਖ ਤਰ੍ਹਾਂ ਤਰ੍ਹਾਂ ਦੇ ਭੋਗਦੇ ਆ, ਮੰਨਦੇ ਹੋਏ ਕਿਸ ਤਰ੍ਹਾਂ ਕਰਨ ਨਾਲ ਉਹਨਾਂ ਦਾ ਰਿਸ਼ਤਾ ਪਰਮੇਸ਼ਵਰ ਨਾਲ ਗੰਢ ਹੋ, ਉਹਨਾਂ ਦਾ ਰਿਸ਼ਤਾ ਪਰਮੇਸ਼ਵਰ ਨਾਲ ਸਹੀ ਹੋ। ਚਾਹੇ ਲੋਕਾਂ ਨੇ ਦੁੱਖ ਤਕਲੀਫਾਂ ਭੋਗੀਆਂ, ਕਈ ਸਦੀਆਂ ਤੋਂ ਭੋਗਦੇ ਆਏ, ਨਾ ਤਾਂ ਉਹਨੇ ਪਰਮੇਸ਼ਵਰ ਨੂੰ ਪ੍ਰਾਪਤ ਕੀਤਾ,
ਨਾ ਪਰਮੇਸ਼ਵਰ ਨੇ ਉਹਨਾਂ ਨੂੰ ਕਬੂਲ ਕੀਤਾ ਅਤੇ ਨਾ ਉਹਨੇ ਪਰਮੇਸ਼ਵਰ ਨੂੰ ਪਾਇਆ। ਕਿਉਂ ਨਹੀਂ? ਕਿਉਂਕਿ ਸਾਡੇ ਚੰਗੇ ਕੰਮ ਰੱਬ ਨੂੰ ਪਾ ਨਹੀਂ ਸਕਦੇ। ਸਾਡਾ ਵਿਸ਼ਵਾਸ ਆ ਰੱਬ ਦੇ ਵਿੱਚ, ਸਾਡਾ ਯਕੀਨ ਉਹਦੇ ਪੁੱਤ ਜੀਸਸ ਦੇ ਵਿੱਚ ਆ, ਜੋ ਸਾਨੂੰ ਰੱਬ ਦੇ ਨਾਲ ਸਹੀ ਕਰ ਸਕਦਾ। ਜਿਹੜਾ ਆਦਮੀ ਕਰਮਾਂ ਤੇ ਜਾਂਦਾ ਕਿ ਚੰਗੇ ਕੰਮ ਕਰੋ, ਉਹਨੂੰ ਕਦੇ ਸ਼ਾਂਤੀ ਨਹੀਂ ਮਿਲ ਸਕਦੀ। ਕਿਉਂ ਨਹੀਂ ਮਿਲ ਸਕਦੀ? ਕਿਉਂਕਿ ਰੋਜ਼ ਹੀ ਉਹ ਸੋਚਦਾ ਮੈਨੂੰ ਚੰਗੇ ਕੰਮ ਅੱਜ ਕਰਨੇ ਪੈਣੇ ਆ। ਉਹ ਕਿਉਂ ਨਹੀਂ ਖੁਸ਼ ਹੁੰਦਾ? ਉਹਨੂੰ ਇਹ ਵੀ ਪਤਾ ਮੈਂ ਚੰਗੇ ਕੰਮ ਵੀ ਕੀਤੇ ਤਾਂ ਨਾਲ ਮੈਂ ਮੰਦੇ ਕੰਮ ਵੀ ਕੀਤੇ। ਤਾਂ ਜੇ ਚੰਗੇ ਕੰਮਾਂ ਨਾਲ ਖੁਸ਼ ਆ, ਮੰਦੇ ਕੰਮਾਂ ਨਾਲ ਹੁਣ ਰੱਬ ਗੁੱਸੇ ਆ, ਤਾਂ ਹੁਣ ਰੱਬ ਫੇਰ ਵੀ ਗੁੱਸੇ ਦਾ ਗੁੱਸੇ। ਚੰਗੇ ਕੰਮ ਕੀਤੇ ਪਰ ਵਿੱਚ ਮੰਦੇ ਵੀ ਹੋ ਗਏ, ਤਾਂ ਰੱਬ ਨੂੰ ਪਹਿਲਾਂ ਮਾੜਾ ਜਿਹਾ ਖੁਸ਼ ਕਰਦਾ, ਫਿਰ ਹੁਣ ਉਹਨੂੰ ਉਦਾਸ ਕਰਦਾ। ਸੋ ਬੰਦੇ ਨੂੰ ਕਦੇ ਚੈਨ ਨਹੀਂ ਮਿਲ ਸਕਦਾ ਚੰਗੇ ਕੰਮਾਂ ਦੇ ਨਾਲ ਸੁਰਗ ਜਾਣ ਲਈ ਜਾਂ ਰੱਬ ਨੂੰ ਖੁਸ਼ ਕਰਨ ਲਈ। ਕਿਉਂਕਿ ਸਾਡੇ ਚੰਗੇ ਕੰਮ, ਸਾਨੂੰ ਬਾਈਬਲ ਦੱਸਦੀ ਕਿ ਪਰਮੇਸ਼ਵਰ ਮੋਰੇ ਗੰਦੇ ਕੱਪੜੇ ਵਾਂਗੂ ਆ, ਪਰ ਪਰਮੇਸ਼ਵਰ ਹੀ ਆ ਜਿਹੜਾ ਕਿ ਸਾਨੂੰ ਮਾਫ ਕਰਦਾ। ਪਰਮੇਸ਼ਵਰ ਦੇ ਵਿੱਚ ਯਕੀਨ ਕਰਨ ਦਾ ਵਾਰਾ। ਕਾਹਦਾ ਯਕੀਨ? ਇਹ ਯਕੀਨ ਕਿ ਉਸਨੇ ਆਪਣਾ ਪੁੱਤ ਜੀਸਸ ਜਗਤ ਦੇ ਵਿੱਚ ਭੇਜਿਆ। ਉਹਦੇ ਪੁੱਤ ਨੇ ਮੇਰੇ ਪਾਪਾਂ ਨੂੰ ਆਪਣੇ ਉੱਤੇ ਉਠਾਇਆ। ਜਿਹੜੀ ਕੀਮਤ ਮੈਨੂੰ ਦੇਣੀ ਪੈਣੀ ਸੀ, ਜਿਹੜੀ ਸਜ਼ਾ ਮੇਰੇ ਤੇ ਆਉਣੀ ਸੀ, ਉਹਦੇ ਪੁੱਤ ਜੀਸਸ ਤੇ ਆਈ। ਉਹ ਤੇ ਉਸ ਕੁਰਬਾਨੀ ਤੇ ਯਕੀਨ ਕਰਨ ਨਾਲ ਮੈਂ ਰੱਬ ਨਾਲ ਸਹੀ ਹੁੰਦਾ। ਇਸ ਤਰ੍ਹਾਂ ਹੁੰਦਾ ਜਿਸ ਤਰ੍ਹਾਂ ਮੈਂ ਕਦੇ ਪਾਪ ਵੀ ਨਹੀਂ ਕੀਤਾ, ਕਿਉਂਕਿ ਮੇਰਾ ਪੁਰਾਣਾ ਲੇਖਾ ਉਹ ਸਾਫ਼ ਕਰ ਦਿੰਦਾ ਹੈ। ਇਬਰਾਹਿਮ ਚੰਗੇ ਕੰਮਾਂ ਨਾਲ ਨਹੀਂ, ਜਦੋਂ ਰੱਬ ਦਾ ਕਹਿਣਾ ਮੰਨਿਆ, ਪਰਮੇਸ਼ਵਰ ਤੇ ਯਕੀਨ ਕੀਤਾ, ਜੋ ਰੱਬ ਕਹਿੰਦਾ ਸੱਚ ਆ, ਉਹਦਾ ਰਿਸ਼ਤਾ ਰੱਬ ਨਾਲ ਗੰਢਿਆ ਗਿਆ ਅਤੇ ਉਹ ਰੱਬ ਦੇ ਨਾਲ ਸਹੀ ਹੋਇਆ। ਆਪਣੇ ਇੰਡੀਆ ਲੋਕ ਸ਼ੁਰੂ ਤੋਂ ਪੁੰਨਦਾਨ ਕਰਦੇ, ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰਦੇ, ਪਰ ਕਿਆ ਉਹਨੇ ਰੱਬ ਨੂੰ ਖੁਸ਼ ਕੀਤਾ? ਨਹੀਂ। ਕਿਆ ਉਹਨੇ ਪਰਮੇਸ਼ਵਰ ਨੂੰ ਪਾਇਆ? ਨਹੀਂ। ਕਿਆ ਉਹ ਪਰਮੇਸ਼ਵਰ ਦੇ ਕੋਲ ਪਹੁੰਚੇ? ਨਹੀਂ। ਉਹ ਇੱਕ ਲੱਤ ਤੇ ਖੜੇ, ਕੰਡਿਆਂ ਦੇ ਮੰਜੇ ਤੇ ਸੁੱਤੇ, ਮੇਖਾਂ ਦੇ ਮੰਜੇ ਤੇ ਸੁੱਤੇ, ਆਪਣੇ ਸਰੀਰ ਨੂੰ ਕਸ਼ਟਾਂ ਵੀ ਦਿੱਤੀਆਂ। ਕਿਆ ਰੱਬ ਖੁਸ਼ ਹੋਇਆ? ਨਹੀਂ। ਕਿਆ ਉਹਨਾਂ ਦਾ ਰਿਸ਼ਤਾ ਰੱਬ ਨਾਲ ਗੰਢਿਆ ਗਿਆ? ਨਹੀਂ, ਕਿਉਂਕਿ ਉਹਨਾਂ ਦੇ ਰਾਹ ਸਹੀ ਰਾਹ ਨਹੀਂ, ਪਰ ਰੱਬ ਆਪ ਰਾਹ ਬਣਾਉਂਦਾ। ਬਾਈਬਲ ਦੱਸਦੀ ਪਰਮੇਸ਼ਵਰ ਆਪਣਾ ਪੁੱਤ ਸਵਰਗ ਤੋਂ ਇਸ ਜ਼ਮੀਨ ਤੇ ਭੇਜਦਾ, ਜਿਹੜਾ ਸਾਡੇ ਪਾਪਾਂ ਨੂੰ ਉਠਾਉਂਦਾ। ਉਹਦੇ ਵਿੱਚ ਯਕੀਨ ਰੱਖਣ ਦੁਆਰਾ ਬਿਨਾਂ ਕੰਮ ਤੋਂ ਮੇਰਾ ਰਿਸ਼ਤਾ ਰੱਬ ਨਾਲ ਸਹੀ ਹੁੰਦਾ। ਅਸੀਂ ਪੜ੍ਹਦੇ ਚੌਥੀ ਐਤ, ਹੁਣ ਜਿਹੜਾ ਕੰਮ ਕਰਦਾ ਹੈ ਉਹਦੀ ਮਜ਼ਦੂਰੀ ਬਖਸ਼ੀਸ਼ ਨਹੀਂ ਸਗੋਂ ਹੱਕ ਗਿਣੀਦੀ ਆ। ਪਰਮਾਤਮਾ ਜੋ ਤੁਹਾਨੂੰ ਮੁਕਤੀ ਦੇਣਾ ਚਾਹੁੰਦਾ ਆ, ਇਹ ਰੱਬ ਦਾ ਤੋਹਫਾ ਆ। ਪਰ ਜਿਹੜਾ ਬੰਦਾ ਕੰਮ ਕਰਦਾ ਆ ਤਾਂ ਉਹਨੂੰ ਤਨਖਾਹ ਮਿਲਦੀ, ਉਹ ਤੋਹਫਾ ਨਹੀਂ ਆ। ਉਹਨੂੰ ਤਨਖਾਹ ਮਿਲਦੀ ਕਿਉਂਕਿ ਉਹਨੇ ਕੰਮ ਕੀਤਾ ਆ। ਸੋ ਜਿਹੜਾ ਬੰਦਾ ਆਪਣੇ ਚੰਗੇ ਕੰਮਾਂ ਤੇ ਕਿ ਮੈਂ ਪੁੰਨਦਾਨ ਕਰਾਂ, ਉਹਦਾ ਫਲ ਉਹਨੂੰ ਮਿਲੂਗਾ। ਅਗਰ ਉਹ ਚੰਗੇ ਕਰੂ, ਚੰਗਾ ਮਿਲੂ, ਪਰ ਨਾਲ ਜਿਹੜਾ ਮੰਦਾ ਕੰਮ ਕਰਦਾ, ਉਹਦੀ ਵੀ ਉਹਨੂੰ ਸਜ਼ਾ ਮਿਲੂਗੀ। ਪਰ ਇੱਥੇ ਰੱਬ ਕੰਮਾਂ ਵੱਲ ਨਹੀਂ ਦੇਖਦਾ, ਰੱਬ ਤੋਹਫਾ ਦੇਣਾ ਚਾਹੁੰਦਾ। ਜਿਹੜਾ ਤੋਹਫਾ ਆ ਉਹ ਬਿਨਾਂ ਕਿਸੇ ਕੰਮ ਤੋਂ ਦਿੱਤਾ ਜਾਂਦਾ ਹੈ। ਪਰ ਜਿਹੜਾ ਕੰਮ ਨਾ ਕਰਕੇ ਉਸ ਉੱਤੇ ਵਿਸ਼ਵਾਸ ਕਰਦਾ ਹੈ, ਜੋ ਕੁਧਰਮੀ ਨੂੰ ਧਰਮੀ ਠਹਿਰਾਉਂਦਾ ਹੈ, ਉਹਦਾ ਵਿਸ਼ਵਾਸ ਧਰਮ ਗਿਣਿਆ ਜਾਂਦਾ ਆ। ਪਰ ਉਹ ਜੋ ਪਰਮੇਸ਼ਵਰ ਦੀ ਕੁਰਬਾਨੀ ਤੇ ਯਕੀਨ ਕਰਦਾ ਆ, ਉਹ ਆਦਮੀ ਰੱਬ ਦੇ ਨਾਲ ਸਹੀ ਠਹਿਰਾਇਆ ਜਾਂਦਾ ਆ। ਦੇਖੋ, ਜਿਵੇਂ ਡੇਵਿਡ ਵੀ ਉਸ ਮਨੁੱਖ ਨੂੰ ਧਨ ਕਹਿੰਦਾ ਆ, ਜਿਹਦੇ ਲਈ ਪਰਮੇਸ਼ਵਰ ਕਰਨੀਆਂ ਤੋਂ ਬਾਅਦ ਜੋ ਧਰਮ ਗਿਣ ਲੈਂਦਾ ਹੈ। ਪਾਪੀਆਂ ਲਈ ਸਭ ਤੋਂ ਵੱਡੀ ਆਸ਼ੀਰਵਾਦ ਇਹ ਆ ਕਿ ਉਹ ਪਰਮੇਸ਼ਵਰ ਦੇ ਨਾਲ ਸਹੀ ਹੋਣ ਜਾਂ ਧਰਮੀ ਠਹਿਰਨ। ਧੰਨੋ ਬੰਦਾ ਆ, ਕਿਹੜਾ ਬੰਦਾ? ਜਿਹਦਾ ਪਾਪ ਰੱਬ ਨੇ ਮਾਫ ਕਰ ਦਿੱਤਾ। ਪਾਪਾਂ ਦਾ ਜਿਹੜਾ ਲੇਖਾ ਰੱਬ ਨੇ ਸਾਫ਼ ਕਰ ਦਿੱਤਾ। ਇਹ ਡੇਵਿਡ ਵੀ ਕਹਿੰਦਾ ਕਿ ਉਹ ਆਦਮੀ ਧੰਨ ਆ ਜਿਹਨੂੰ ਪਰਮੇਸ਼ਵਰ ਮਾਫ ਕਰਦਾ
ਜਿਹਦਾ ਲੇਖਾ ਪਰਮੇਸ਼ਵਰ ਮਿਟਾਉਂਦਾ ਆ। 7ਵੀਂ ਅਧ ਅਸੀਂ ਫਿਰ ਤੋਂ ਪੜ੍ਹਦੇ ਕੀ ਕਹਿੰਦਾ, ਧਨ ਹੈ ਜਿਹਦੇ ਅਪਰਾਧ ਮਾਫ ਹੋ ਗਏ। ਪਾਪੀ ਜਿਨ੍ਹਾਂ ਦੇ ਪਾਪਾਂ ਦਾ ਲੇਖਾ ਲੇਖੇ ਦਾ ਨਿਆਂ ਨਹੀਂ ਰੱਬ ਕਰਦਾ, ਪਰ ਰੱਬ ਉਹਨੂੰ ਬਰੀ ਕਰ ਦਿੰਦਾ। ਜਿਸ ਤਰ੍ਹਾਂ ਤੁਸੀਂ ਕੋਰਟ ਜਾਂਦੇ ਆ ਤਾਂ ਜੱਜ ਤੁਹਾਡੀ ਫਾਈਲ ਦੇਖ ਕੇ ਕਹਿੰਦਾ ਜੀ ਇਹ ਬੰਦੇ ਨੂੰ ਮੈਂ ਬਰੀ ਕਰਤਾ, ਇਹਨੂੰ ਮੈਂ ਛੱਡਤਾ, ਕੋਈ ਸਜ਼ਾ ਨਹੀਂ। ਉਸੇ ਤਰ੍ਹਾਂ ਜਦੋਂ ਅਸੀਂ ਜੀਸਸ ਕੋਲ ਆਉਂਦੇ ਆ ਅਤੇ ਜੀਸਸ ਜਦੋਂ ਸਾਨੂੰ ਮਾਫ ਕਰਦਾ, ਉਹ ਸਾਨੂੰ ਬਰੀ ਕਰ ਦਿੰਦਾ ਆ। ਸਾਡਾ ਕੋਈ ਲੇਖਾ ਕੋਈ ਰੈਕੋਰਡ ਬੁਰੇ ਕੰਮਾਂ ਦਾ ਰਿਹਾ ਨਹੀਂ। ਕਿਉਂ? ਉਹਨੂੰ ਬਰੀ ਕਰਤਾ, ਹੁਣ ਸਾਨੂੰ ਇੱਕਦਮ ਮਾਫ ਕਰਤਾ। ਸੋ ਡੇਵਿਡ ਕੀ ਕਹਿੰਦਾ, ਜਿਨ੍ਹਾਂ ਦੇ ਪਾਪ ਮਾਫ ਹੋ ਗਏ, ਜਿਨ੍ਹਾਂ ਦਾ ਰਿਕਾਰਡ ਰੱਬ ਨੇ ਸਾਫ਼ ਕਰ ਦਿੱਤਾ, ਉਹਨਾਂ ਨੂੰ ਬਰੀ ਕਰ ਦਿੱਤਾ, ਰੱਬ ਨੇ ਉਹਨਾਂ ਨੂੰ ਮਾਫ ਕਰਤਾ। ਧਨ ਹੈ ਉਹ ਮਨੁੱਖ ਜਿਹਦੇ ਲੇਖੇ ਵਿੱਚ ਪਾਪ ਨਾ ਗਿਣਿਆ ਜਾਉ। ਧਨ ਉਹ ਆ ਜਿਨ੍ਹਾਂ ਦੇ ਪਾਪ ਢਕੇ ਹੋਏ ਹਨ। ਕਹਾਂ ਅਸੀਂ ਪੜ੍ਹਦੇ ਹਾਂ, ਧਨ ਹੈ ਉਹ ਮਨੁੱਖ ਜਿਹਦੇ ਲੇਖੇ ਵਿੱਚ ਪ੍ਰਭੂ ਪਾਪ ਨਾ ਗਿਣੇਗਾ। ਧਨ ਹੈ ਜਿਹਦੇ ਲੇਖੇ ਪਾਪ ਨਹੀਂ ਗਿਣੇ ਜਾਂਦੇ, ਚਾਹੇ ਉਸਨੇ ਪਹਿਲਾਂ ਪਾਪ ਕੀਤੇ ਆ, ਪਰ ਪਰਮੇਸ਼ਵਰ ਉਹਨੂੰ ਦੋਸ਼ੀ ਨਹੀਂ ਠਹਿਰਾਉਂਦਾ, ਕਿਉਂਕਿ ਉਹਦੇ ਪਾਪਾਂ ਦਾ ਲੇਖਾ ਸਾਫ਼ ਹੋ ਚੁੱਕਾ। ਤਾਂ ਹੀ ਬਾਈਬਲ ਦੱਸਦੀ ਉਹ ਜਿਹੜੇ ਜੀਸਸ ਵਿੱਚ ਆ ਉਹਨਾਂ ਉੱਤੇ ਕੋਈ ਦੋਸ਼ ਨਹੀਂ ਆ, ਕਿਉਂਕਿ ਉਹ ਨਿਰਦੋਸ਼ ਆ। ਰੱਬ ਨੇ ਉਹਨਾਂ ਨੂੰ ਮਾਫ ਕਰ ਦਿੱਤਾ। ਜਿਨ੍ਹਾਂ ਦੇ ਲੇਖੇ ਪਾਪ ਨਹੀਂ ਗਿਣਿਆ ਜਾਉ ਤੇ ਜਿਨ੍ਹਾਂ ਦੇ ਪਾਪ ਢਕੇ ਆ। ਧੰਨ ਉਹ ਆਦਮੀ ਜਿਨ੍ਹਾਂ ਨੂੰ ਰੱਬ ਨੇ ਬਰੀ ਕਰ ਦਿੱਤਾ। ਉਹਨਾਂ ਦਾ ਕੋਈ ਪਾਪ ਦਾ ਰਿਕਾਰਡ ਲੇਖਾ ਰੱਬ ਦੇ ਕੋਲ ਨਹੀਂ ਆ, ਕਿਉਂਕਿ ਉਸਨੇ ਉਹਨਾਂ ਨੂੰ ਮਾਫ ਕਰ ਦਿੱਤਾ। ਉਹ ਲੋਕ ਰੱਬ ਦੇ ਮੂਹਰੇ ਇਸ ਤਰ੍ਹਾਂ ਜਿਸ ਤਰ੍ਹਾਂ ਕਦੀ ਉਹਨੇ ਪਾਪ ਵੀ ਨਹੀਂ ਕੀਤਾ, ਕਿਉਂਕਿ ਜੀਸਸ ਦੇ ਲਹੂ ਨੇ ਸਾਰੇ ਪਾਪਾਂ ਨੂੰ ਮਿਟਾ ਦਿੱਤਾ। ਪਾਪ ਦੇ ਸਾਰੇ ਰਿਕਾਰਡ ਉਸਨੇ ਢੱਕ ਦਿੱਤੇ, ਸਾਫ਼ ਕਰ ਦਿੱਤੇ। ਅਸੀਂ ਪੜ੍ਹਦੇ ਹਾਂ 9ਵੀਂ ਐਤ, ਉੱਪਰੋਂ ਤੋਂ ਧਨ ਹੋਣਾ ਕਿ ਸੁਣਤੀਆਂ ਦੇ ਲਈ ਅਥਵਾ ਅਸੁਣਤੀਆਂ ਦੇ ਲਈ ਵੀ ਹੈ। ਰੱਬ ਦੇ ਨਾਲ ਸਹੀ ਹੋਣਾ, ਪਾਪਾਂ ਦਾ ਮਿਟਾਇਆ ਜਾਣਾ ਕਿਆ ਇਕੱਲੇ ਯਹੂਦੀਆਂ ਲਈ ਆ ਜਾਂ ਹੋਰ ਕੌਮਾਂ ਲਈ ਵੀ ਆ, ਪਰਾਈਆਂ ਕੌਮਾਂ ਲਈ ਵੀ ਆ। ਕਿਉਂਕਿ ਅਸੀਂ ਆਖਦੇ ਹਾਂ ਭਈ ਇਬਰਾਹਿਮ ਦੇ ਲਈ ਉਹਦਾ ਵਿਸ਼ਵਾਸ ਧਰਮ ਗਿਣਿਆ ਗਿਆ। ਅਸੀਂ ਦੇਖਿਆ ਕਿ ਇਬਰਾਹਿਮ ਦੇ ਵਿਸ਼ਵਾਸ ਨੇ ਇਬਰਾਹਿਮ ਨੂੰ ਰੱਬ ਦੇ ਨਾਲ ਸਹੀ ਕੀਤਾ। ਫਿਰ ਕਿਹੜੀ ਹਾਲਤ ਵਿੱਚ ਗਿਣਿਆ ਗਿਆ ਸੀ? ਜਦੋਂ ਸੁਣਤੀ ਅਥਵਾ ਅਸੁਣਤੀ ਸੀ। ਰੱਬ ਨੇ ਕਦੋਂ ਕਿਹਾ ਇਬਰਾਹਿਮ ਨੂੰ ਕਿ ਇਬਰਾਹਿਮ ਤੂੰ ਮੇਰਾ ਦੋਸਤ ਹੈ? ਰੱਬ ਨੇ ਕਦੋਂ ਕਿਹਾ ਕਿ ਉਹਦੇ ਵਿਸ਼ਵਾਸ ਨੇ ਉਹਨੂੰ ਰੱਬ ਨਾਲ ਸਹੀ ਕੀਤਾ? ਜਦੋਂ ਸੁਨਨਤ ਕੀਤੀ ਸੀ ਜਾਂ ਜਦੋਂ ਉਸਨੇ ਸੁਨਨਤ ਨਹੀਂ ਸੀ ਕੀਤੀ। ਸੋ ਅਸੀਂ ਕਹਾਂ ਪੜ੍ਹਦੇ ਹਾਂ, ਸੁਨਨਤ ਦੇ ਹਾਲ ਵਿੱਚ ਤਾਂ ਨਹੀਂ ਸਗੋਂ ਅਸੁਣਤੀ ਦੇ ਹਾਲ 'ਚ। ਜਦੋਂ ਰੱਬ ਨੇ ਇਬਰਾਹਿਮ ਨੂੰ ਕਿਹਾ ਇਬਰਾਹਿਮ ਤੂੰ ਮੇਰੇ ਨਾਲ ਸਹੀ ਆ, ਉਦੋਂ ਇਬਰਾਹਿਮ ਨੇ ਸੁਨਨਤ ਨਹੀਂ ਸੀ ਕੀਤੀ। ਪਰਮੇਸ਼ਵਰ ਨੇ ਸੁਨਨਤ ਦੀ ਰੀਤ ਹਜੇ ਦਿੱਤੀ ਨਹੀਂ ਸੀ। ਸੋ ਅਸੀਂ ਕਹਾਂ ਪੜ੍ਹਦੇ ਹਾਂ, ਅਤੇ ਉਹਨੇ ਸੁਨਨਤ ਦੀ ਨਿਸ਼ਾਨੀ ਪਾਈ, ਇਸ ਲਈ ਉਹ ਧਰਮ ਦੀ ਮੋਹਰ ਹੋਵੇ, ਜਿਹੜਾ ਸੁਣਤੀਆਂ ਦੇ ਹਾਲ ਵਿੱਚ ਉਹਦੇ ਵਿਸ਼ਵਾਸ ਤੋਂ ਹੋਇਆ ਸੀ, ਤਾਂ ਉਹ ਸਭਨਾਂ ਦਾ ਪਿਤਾ ਹੋਵੇ ਜਿਹੜੇ ਵਿਸ਼ਵਾਸ ਕਰਦੇ ਹਨ, ਭਾਵੇਂ ਅਨਸੁਣਤੀ ਹੋਣ, ਇਸ ਲਈ ਜਿਨ੍ਹਾਂ ਦੇ ਲੇਖੇ ਵਿੱਚ ਧਰਮ ਗਿਣਿਆ ਗਿਆ। ਇਬਰਾਹਿਮ ਦੇ ਵਿੱਚ ਅਸੀਂ ਕੀ ਪੜ੍ਹਦੇ ਹਾਂ? ਇਬਰਾਹਿਮ 24 ਸਾਲ ਵਿਸ਼ਵਾਸ ਨਾਲ ਰੱਬ ਨਾਲ ਤੁਰਿਆ ਅਤੇ ਹਜੇ ਸੁਨਨਤ ਦੀ ਰੱਬ ਨੇ ਰੀਤ ਨਸੂ ਦਿੱਤੀ। 24 ਸਾਲ ਉਹ ਰੱਬ ਨਾਲ ਸਹੀ ਰਿਹਾ, ਵਿਸ਼ਵਾਸ ਨੇ ਉਹਨੂੰ ਰੱਬ ਨਾਲ ਸਹੀ ਬਣਾਇਆ। ਅਤੇ ਬਾਅਦ ਦੇ ਵਿੱਚ 24 ਸਾਲ ਬਾਅਦ ਚ ਰੱਬ ਨੇ ਇਬਰਾਹਿਮ ਨੂੰ ਕਿਹਾ ਸੀ ਸੁਨਨਤ ਕਰਨ ਦੇ ਲਈ, ਜਾਂ ਸੁਨਨਤ ਦੀ ਰੀਤ ਇਬਰਾਹਿਮ ਨੂੰ 24 ਸਾਲ ਬਾਅਦ ਦਿੱਤੀ ਸੀ। ਸੋ ਇੱਥੇ ਨਿਸ਼ਾਨੀ ਆ ਕਿ ਇਬਰਾਹਿਮ ਸੁਨਨਤ ਨਾਲ ਠੀਕ ਨਹੀਂ ਹੋਇਆ ਰੱਬ ਨਾਲ, ਬਲਕਿ ਆਪਣੇ ਵਿਸ਼ਵਾਸ ਨਾਲ ਉਹ ਰੱਬ ਨਾਲ ਸਹੀ ਹੋਇਆ। ਪਰਮੇਸ਼ਵਰ ਨੇ ਜਦੋਂ ਇਬਰਾਹਿਮ ਨੂੰ ਜਾਨੀ ਕਿ ਇਰਾਕ ਦੇ ਦੇਸ਼
ਮੈਸੋਪੋਟੇਮੀਆ ਤੋਂ ਬੁਲਾਇਆ। ਉਸ ਵੇਲੇ ਇਬਰਾਹਿਮ ਦੀ ਉਮਰ 75 ਸਾਲਾਂ ਦੀ ਸੀ, ਪਰ ਉਸਨੇ ਸੁਨਨਤ ਦੀ ਮੋਹਰ ਇਬਰਾਹਿਮ ਨੂੰ ਦਿੱਤੀ ਜਦੋਂ ਇਬਰਾਹਿਮ 99 ਸਾਲਾਂ ਦਾ ਹੋਇਆ, 24 ਸਾਲ ਬਾਅਦ। ਅਤੇ ਜਿਹੜੀ ਸੁਨਨਤ ਆ ਇਹ ਮੋਹਰ ਸੀ, ਕਾਹਦੀ ਮੋਹਰ? ਕਿ ਇਬਰਾਹਿਮ ਰੱਬ ਨਾਲ ਆਪਣੇ ਵਿਸ਼ਵਾਸ ਦੁਆਰਾ ਸਹੀ ਠਹਿਰਿਆ। ਸੋ ਇੱਥੇ ਸਬੂਤ ਸੰਤ ਦਿੰਦਾ ਕਿ ਸੁਨਨਤ ਸਾਨੂੰ ਰੱਬ ਨਾਲ ਸਹੀ ਨਹੀਂ ਕਰਦੀ। ਸੁਨਨਤ ਸਿਰਫ ਮੋਹਰ ਆ, ਰੱਬ ਦਾ ਸਟੈਂਪ ਆ ਕਿ ਇਬਰਾਹਿਮ ਦਾ ਵਿਸ਼ਵਾਸ ਨੇ ਉਹਨੂੰ ਰੱਬ ਨਾਲ ਸਹੀ ਬਣਾਇਆ। ਕਿ ਸੁਨਨਤ ਤੋਂ ਪਹਿਲਾਂ ਹੀ ਇਬਰਾਹਿਮ ਰੱਬ ਨਾਲ ਉਹਦਾ ਰਿਸ਼ਤਾ ਸਹੀ ਸੀ, ਉਹਦੇ ਵਿਸ਼ਵਾਸ ਤੇ ਆਧਾਰ ਤੇ। ਜੋ ਗਾਹਾਂ ਪੜ੍ਹਦੇ ਆ, ਤਾਂ ਕਿ ਇਬਰਾਹਿਮ ਸੁਨਤੀਆਂ ਤੇ ਅਨਸੁਨਤੀਆਂ ਦੋਨਾਂ ਦਾ ਪਿਤਾ ਹੋ ਸਕੇ। ਸੁਨਤੀਆਂ ਦਾ ਵੀ ਪਿਤਾ ਹੋਵੇ ਨਾ ਉਹਨਾਂ ਦਾ, ਜਿਹੜੇ ਮੇਰੇ ਸੁਨਤੀ ਹਨ ਸਗੋਂ ਉਹਨਾਂ ਦਾ, ਜੋ ਸਾਡੇ ਪਿਤਾ ਇਬਰਾਹਿਮ ਦੇ ਵਿੱਚ ਉਸ ਵਿਸ਼ਵਾਸ ਦੀ ਚਾਲ ਚੱਲਦੇ ਹਨ, ਜਿਹਨੂੰ ਉਹ ਅਸੁਨਤ ਦੇ ਹਾਲ ਵਿੱਚ ਰੱਖਦਾ ਹੈ। ਇਬਰਾਹਿਮ ਹੁਣ ਪਿਤਾ ਆ, ਸਿਰਫ ਯਹੂਦੀਆਂ ਦਾ ਨਹੀਂ, ਪਰਾਈਆਂ ਕੌਮਾਂ ਦਾ ਵੀ ਜਿਹਨੀ ਸੁਨਨਤ ਨਹੀਂ ਕੀਤੀ। ਕਿਉਂ? ਕਿਉਂਕਿ ਅਸੀਂ ਦੱਸ ਚੁੱਕੇ ਹਾਂ ਕਿ ਇਬਰਾਹਿਮ ਪਹਿਲਾਂ ਹੀ ਰੱਬ ਨਾਲ ਸਹੀ ਸੀ, ਆਪਣੇ ਵਿਸ਼ਵਾਸ ਦੇ ਆਧਾਰ ਤੇ। ਕਿਉਂਕਿ ਉਹ ਬਚਨ ਭਈ ਤੂੰ ਜਗਤ ਦਾ ਅਧਿਕਾਰੀ ਹੋਵੇਗਾ, ਇਬਰਾਹਿਮ ਅਥਵੋਦੀ ਹੰਸ ਨਾਲ ਸ਼ਰਾਬ ਦੇ ਰਾਹੀਂ ਨਹੀਂ ਸੀ ਹੋਇਆ, ਸਗੋਂ ਧਰਮ ਦੇ ਰਾਹੀਂ, ਜਿਹੜਾ ਵਿਸ਼ਵਾਸ ਤੋਂ ਹੁੰਦਾ ਹੈ। ਰੱਬ ਨੇ ਬਚਨ ਦਿੱਤਾ ਇਬਰਾਹਿਮ ਨੂੰ, ਦੁਨੀਆ ਦਾ ਅਧਿਕਾਰੀ ਹੋਊਗਾ। ਕੀ ਕਹਿੰਦਾ? ਤੂੰ ਕਈ ਦੇਸ਼ਾਂ ਦਾ ਪਿਤਾ ਹੋਊਗਾ, ਰੱਬ ਨੇ ਇਬਰਾਹਿਮ ਨੂੰ ਕਿਹਾ ਸੀ। ਅਤੇ ਬਚਨ ਰੱਬ ਦੇ ਨੇਮ ਜਾਂ ਸ਼ਰ੍ਹਾ ਮੁਤਾਬਿਕ ਨਹੀਂ ਹੋਇਆ, ਕਿਉਂਕਿ ਰੱਬ ਨੇ ਤਾਂ ਆਪਣੇ ਹੁਕਮ ਦਿੱਤੇ ਵੀ ਨਹੀਂ ਸੀ, ਕਿਉਂਕਿ ਰੱਬ ਨੇ ਤਾਂ ਆਪਣੇ ਹੁਕਮ ਮੋਸਿਸ ਦੇ ਰਾਹੀਂ ਦਿੱਤੇ ਸੀ। ਹਜੇ ਰੱਬ ਦੇ ਹੁਕਮ ਵੀ ਨਹੀਂ ਸੀ ਆਏ ਕਿ ਰੱਬ ਨੇ ਇਬਰਾਹਿਮ ਨੂੰ ਬਚਨ ਦਿੱਤਾ ਸੀ ਕਿ ਉਹ ਕਈ ਮੁਲਕਾਂ ਦਾ ਔਰ ਉਹ ਪਿਤਾ ਹੋਵੇਗਾ। ਕਿਸ ਆਧਾਰ ਤੇ? ਵਿਸ਼ਵਾਸ ਦੇ ਆਧਾਰ ਤੇ, ਕਿਉਂਕਿ ਵਿਸ਼ਵਾਸ ਨੇ ਇਬਰਾਹਿਮ ਨੂੰ ਰੱਬ ਨਾਲ ਸਹੀ ਬਣਾਇਆ ਸੀ। ਪਰ ਜੇ ਸ਼ਰਾਬ ਵਾਲੇ ਅਧਿਕਾਰੀ ਹਨ ਤਾਂ ਵਿਸ਼ਵਾਸ ਨਿਸਫਲ ਅਤੇ ਉਹ ਕਰਾਰ ਅਕਾਰਤ ਹੋਇਆ। ਜੇ ਸਿਰਫ ਯਹੂਦੀ ਜਿਨ੍ਹਾਂ ਕੋਲ ਰੱਬ ਦਾ ਨੇਮ ਆਇਆ, ਮੋਸਿਸ ਦਾ ਨੇਮ, ਅਗਰ ਉਹ ਰੱਬ ਦੇ ਬਚਨਾਂ ਦੇ ਹੱਕਦਾਰ ਆ, ਜਿਹੜੇ ਬਚਨ ਰੱਬ ਨੇ ਦਿੱਤੇ, ਫਿਰ ਜਿਹੜੇ ਵਿਸ਼ਵਾਸ ਕਰਦੇ ਤਾਂ ਫਿਰ ਉੱਤੇ ਹੀ ਰਹਿ ਗਏ, ਉਹਨਾਂ ਨੂੰ ਤਾਂ ਕੋਈ ਫਾਇਦਾ ਨਾ ਮਿਲਿਆ। ਪਰ ਇੱਥੇ ਬਾਈਬਲ ਸਾਨੂੰ ਸਾਫ਼ ਦੱਸਦੀ ਆ, ਨੇਮ ਤੋਂ ਵੀ ਪਹਿਲਾਂ ਇਬਰਾਹਿਮ ਰੱਬ ਨਾਲ ਸਹੀ ਸੀ, ਵਿਸ਼ਵਾਸ ਦੇ ਆਧਾਰ ਤੇ। ਕਿਉਂਕਿ ਸ਼ਰਾਬ ਕ੍ਰੋਧ ਦਾ ਕਾਰਨ ਹੁੰਦੀ ਹੈ। ਜਿਹੜੇ ਰੱਬ ਦੇ ਹੁਕਮ ਆ ਉਹ ਕੀ ਲੈ ਕੇ ਆਉਂਦੇ? ਗੁੱਸਾ। ਰੱਬ ਦਾ ਕ੍ਰੋਧ ਉਹ ਕਿੱਦਾਂ? ਰੱਬ ਦੇ ਹੁਕਮ ਤਾਂ ਚੰਗੇ ਆ, ਹਾਂਜੀ ਉਹਦੇ ਹੁਕਮ ਚੰਗੇ, ਉਹਦੇ ਹੁਕਮ ਪਵਿੱਤਰ ਆ, ਪਰ ਬਾਈਬਲ ਦੱਸਦੀ ਕਿ ਉਹਦੇ ਹੁਕਮ ਗੁੱਸਾ ਲੈ ਕੇ ਆਉਂਦੇ ਆ। ਉਹ ਕਿੱਦਾਂ? ਕਿਉਂਕਿ ਜੇ ਤੁਸੀਂ ਉਹ ਹੁਕਮਾਂ ਨੂੰ ਤੋੜੋਗੇ ਤਾਂ ਰੱਬ ਦਾ ਸਰਾਪ, ਰੱਬ ਦਾ ਕ੍ਰੋਧ ਤੁਹਾਡੇ ਉੱਤੇ ਆਊਗਾ। ਸੋ ਸ਼ਰਾਬ ਕੀ ਲੈ ਕੇ ਆਉਂਦਾ? ਗੁੱਸਾ ਰੱਬ ਦਾ, ਕਿ ਜਿਹੜਾ ਵੀ ਪੁਰਾਣੇ ਯੁੱਗ ਸ਼ਰਾਬ ਨੂੰ ਤੋੜਦਾ ਉਹਦੇ ਉੱਤੇ ਪਰਮੇਸ਼ਵਰ ਦਾ ਗੁੱਸਾ ਤੇ ਸਰਾਪ ਆਵੇਗਾ। 15ਵੀਂ ਹੈ, ਕਿਉਂਕਿ ਸ਼ਰਾਬ ਕ੍ਰੋਧ ਦਾ ਕਾਰਨ ਹੁੰਦੀ ਹੈ। ਜਿੱਥੇ ਸ਼ਰਾਬ ਨਹੀਂ ਉੱਥੇ ਉਲੰਘਣਾ ਵੀ ਨਹੀਂ, ਜਿੱਥੇ ਰੱਬ ਦੇ ਹੁਕਮ ਨਹੀਂ, ਜਿਹੜੇ ਮੋਸਿਸ ਨੂੰ ਸ਼ਰਾਬ ਦਿੱਤੇ ਸੀ, ਉੱਥੇ ਪਾਪ ਵੀ ਨਹੀਂ ਹੋ ਸਕਦਾ, ਕਿਉਂਕਿ ਪਾਪ ਆ ਹੁਕਮਾਂ ਨੂੰ ਤੋੜਨਾ। ਜਿੱਥੇ ਹੁਕਮ ਨਹੀਂ ਆ ਉੱਥੇ ਪਾਪ ਵੀ ਨਹੀਂ ਆ। ਇਸ ਕਾਰਨ ਉਹ ਵਿਸ਼ਵਾਸ ਤੋਂ ਹੋਇਆ ਪਈ ਕਿਰਪਾ ਦੇ ਅਨੁਸਾਰ ਠਹਿਰੇ। ਇਸ ਲਈ ਜੋ ਕਰਾਰ ਸਾਰੀ ਅੰਸ਼ ਲਈ ਪੱਕਾ ਰਹੇ, ਨਿਰਾ ਉਸ ਅੰਸ਼ ਲਈ ਨਹੀਂ ਜਿਹੜੀ ਸ਼ਰਾਬ ਵਾਲੀ ਹੈ, ਪਰੰਤੂ ਉਹਦੇ ਲਈ ਵੀ ਜਿਹੜਾ ਇਬਰਾਹਿਮ ਜਿਹਾ ਵਿਸ਼ਵਾਸ ਕਰਦੇ ਆ। ਰੱਬ ਦਾ ਬਚਨ ਕਿ ਵਿਸ਼ਵਾਸ ਸਾਨੂੰ ਸਹੀ ਬਣਾਓ, ਇਹ ਸਿਰਫ ਯਹੂਦੀਆਂ ਲਈ ਨਹੀਂ ਸੀ। ਇਬਰਾਹਿਮ ਕੱਲਾ ਯਹੂਦੀਆਂ ਦਾ ਪਿਤਾ ਨਹੀਂ, ਬਲਕਿ ਉਹ ਸਾਰੀ ਦੁਨੀਆ ਦਾ ਪਿਤਾ ਆ। ਪਰਮੇਸ਼ਵਰ ਨੇ ਇਬਰਾਹਿਮ ਨੂੰ ਕਿਹਾ, ਇਬਰਾਹਿਮ ਸ਼ਾਮ ਦਾ ਵੇਲਾ, ਰਾਤ ਤਾਂ ਤਾਰੇ ਅਸਮਾਨ ਦੇ ਵਿੱਚ ਚਮਕਦੇ ਸੀ। ਰੱਬ ਕਹਿੰਦਾ, ਇਬਰਾਹਿਮ ਕਿਆ ਤੂੰ ਤਾਰੇ ਗਿਣ ਸਕਦਾ? ਕਹਿੰਦਾ ਨਹੀਂ ਜੀ।
परमेश्वर कहता इब्राहिम जिन्ने आसमान के तारे आ उन्हें तेरे बेटे होंगे, ਉਹਦਾ मतलब बेगिणत। जिन्नी जानी के दरिया कंढे रेता आ तेरे बच्चे होंगे। दरिया कंढे रेता अते बच्चे, यह है यहूदी कौम जो इब्राहिम की अंश तो आई, पर जेड़े रब ने उन्हें तारे दिखाले आसमान ते जिन्हों इब्राहिम गिण नहीं सी सकदा, वो तारे कौन आ? वो है पराइयां कौमां जो इब्राहिम मांगू परमेश्वर विच यकीन रखणगियां, वो भी रब नाल सही होणगियां। सो दुनिया के चारे पासे जिथे भी लोग जीसस नूं मनदे आ, जीसस दे विच यकीन करदे हो, सारे इब्राहिम दी औलाद आ। आसमान दे तारे जो चमकदे सी, इब्राहिम आसमान दे तारे जिन्ने तेरे बच्चे होंगे। सो इब्राहिम दे दो तरह के बच्चे आ, एक शरीरक बच्चे जिहड़े ओदी अंश तो पैदा होए, दूसरे हैगे विश्वास के बच्चे, आत्मिक बच्चे। वो लोग जो इब्राहिम मांगू परमेश्वर नाल तुरदे, इब्राहिम दे मांगू परमेश्वर च यकीन रखदे, वो सारे ही इब्राहिम दी औलाद आ। ताही परमेश्वर ने इब्राहिम नूं कहा सी तू विश्वास का पिता होवेगा। 17वीं ऐत, मैं तेनों बहुतिया कौमां दा पिता ठहराया है, उपरंत उस परमेश्वर दी हजूरी विच जेड़ा उसने विश्वास कीता, जेड़ा मूर्तियां नूं जिवालदा है, उन्हां होणीਆਂ चीज़ां नूं यूं सददा है जिवें ਉਹ सन्मुख होण। निराशा विच आस नाल, जिथे आस नहीं आ उथे आस, निराशा विच आस नाल उसने विश्वास किया भई वो उस वाक दे अनुसार कि तेरी अंश क्यों होवेगा, बाड़ियां कौमां दा पिता होवे। विश्वास विच ढिला ना होया, इब्राहिम ढिला नहीं होया, भावें वो 100 सालां दा हो गया सी। जदों उसने ध्यान किया भई मेरा शरीर हुण मुर्दे वर्गा हो गया है, नाले सेरा दी कुख नूं सोका पै गया है, पर परमेश्वर दे वचन वोलो उसने बेविश्वासी नाल शंका ना कीती। विश्वास विच तकड़ा होके उसने परमेश्वर की वडियाई कीती और ते उन्होंने पक्का विश्वास सी पे जेड़ा उसने वचन दिता ओदे पूरे करन नूं समर्था है, इस करके ओदे लई धर्म भी गिणिया गया। इब्राहिम किस तरह विश्वास का पिता बनिया, ओदे विश्वास वाल देखो सी जो सारे फिक्रे पढ़ चुके हैं कि उसने वादा हासिल किया। कादा वादा कि वो दुनिया का पिता होऊंगा, दुनिया का वारिस होऊंगा, विश्वास का पिता होऊंगा। नंबर 2 उसने विश्वास किया कादा कि जेड़ा मूर्तियां नूं जींदा करदा आ अते अनहोणीਆਂ चीज़ां नूं यूं सददा है जिवें ਉਹ सन्मुख होवे। ਉਹਨੂੰ विश्वास सी रब मुर्दे जींदे कर सकदा। उसने देखिया इब्राहिम ने कि मेरा शरीर मरिया है, किन्ने चिरां दा बाइबल की दसदी ਉਹ 100 साल का बुढ़ा, पर 100 साल के बुढ़े नूं रब कहंदा गल सुनो तेरे बेटा होण वाला। ਉਹਦਾ शरीर मरिया सी पर ਉਹਦਾ विश्वास देखो की कहता जेड़ा मूर्तियां नूं जींदा करदा, कि जेड़ा रब मूर्तियां नूं जींदा करदा वो चीज़ां जड़ियां नहीं हो सकदियां। इस तरह रब गल करदा जदों उत्थे है उन यकीन किया हाँ मेरा शरीर मुर्दा, मेरे अंग चंगी तरह काम नहीं करते, 100 सालों का मैं बुढ़ा आ, पर मैं यकीन करदा रब मेरे मुर्दे शरीर च ताकत दे सकदा कि मेरे बेटा होऊंगा। महान विश्वास। फिर बाइबल की कहती तीसरी गल इब्राहिम बारे, निराशा विच उसने आस की पर के परमेश्वर उन्होंने कई देशों का पिता बनावेगा। देखो रब अजीब गल करता, इब्राहिम दे कोई पुत नहीं, कोई औलाद नहीं, तो रब पहला ही उन्होंने कहता इब्राहिम तू कई देशों का पिता होऊंगा। कई देशों का, मेरे तो हजे एक पुत भी नहीं होया, तो मैं कई मुल्कों का पिता किद्दां होऊंगा।
ਬਾਈਬਲ ਕੀ ਕਹਿੰਦੀ, ਨਿਰਾਸ਼ਾ ਵਿੱਚ ਆਸ ਕੀਤੀ ਕਿ ਜਦੋਂ ਇਸ ਤਰ੍ਹਾਂ ਲੱਗਾ ਕਿ ਇਹ ਚੀਜ਼ਾਂ ਕਦੇ ਵੀ ਨਹੀਂ ਹੋਣੀਆਂ, ਸਾਰੀਆਂ ਚੀਜ਼ਾਂ ਮੇਰੀਆਂ ਨਜ਼ਰਾਂ 'ਚ ਗਲਤ ਆ, ਮੈਂ ਬੁੱਢਾ ਆ, ਮੇਰੇ ਕੋਈ ਔਲਾਦ ਨਹੀਂ ਆ, ਮੇਰੀ ਤੀਵੀਂ ਬੁੱਢੀ ਆ, ਫਿਰ ਵੀ ਉਹਨੇ ਯਕੀਨ ਕੀਤਾ ਕਿ ਰੱਬ ਜ਼ਰੂਰ ਜੋ ਵਾਅਦਾ ਕਰਦਾ ਠੀਕ ਕਰਦਾ। ਕੀ ਗਿਆ, ਪਰਮੇਸ਼ਵਰ ਨੇ ਉਹਨੂੰ ਕਈ ਦੇਸ਼ਾਂ ਦਾ ਪਿਤਾ ਬਣਾਇਆ, ਚਾਹੇ ਹਜੇ ਉਹਦੇ ਇੱਕ ਪੁੱਤ ਵੀ ਨਸੂ ਪੈਦਾ ਹੋਇਆ, ਅਤੇ ਉਹਦੀ ਔਰਤ ਜਿਹੜੀ ਸੇਰਾ, ਉਹਦੀ ਜਿਹੜੀ ਕੁੱਖ ਆ ਉਹ ਤਾਂ ਸੁੱਕ ਚੁੱਕੀ ਸੀ। ਸੇਰਾ ਦੀ ਕੁੱਖ ਸੁੱਕੀ, ਇਬਰਾਹਿਮ ਬੁੱਢਾ ਅੱਧ ਮਰਿਆ 100 ਸਾਲਾਂ ਦਾ, ਫਿਰ ਵੀ ਉਹ ਯਕੀਨ ਕਰਦਾ ਜੋ ਪਰਮੇਸ਼ਵਰ ਕਹਿੰਦਾ ਉਹ ਕਰੂੰਗਾ। ਚੌਥੀ ਗੱਲ ਇਬਰਾਹਿਮ ਬਾਰੇ ਅਸੀਂ ਨਾ ਫਿਕਰਿਆਂ 'ਚ ਪੜਿਆ ਕਿ ਇਬਰਾਹਿਮ ਪਰਮੇਸ਼ਵਰ ਦੇ ਵਾਅਦਿਆਂ ਵਿੱਚ ਢਿੱਲਾ ਨਹੀਂ ਹੋਇਆ, ਉਹਨੂੰ ਮੰਨਿਆ ਜੋ ਰੱਬ ਨੇ ਕਿਹਾ। ਉਹਨ ਬੇਵਿਸ਼ਵਾਸੀ ਨਾਲ ਰੱਬ ਦੇ ਬਚਨਾਂ ਤੇ ਸ਼ੱਕ ਨਹੀਂ ਕੀਤੀ, ਕਿਆ ਰੱਬ ਕਰੂ, ਕਿਆ ਨਹੀਂ ਕਰੂ, ਕਿਆ ਰੱਬ ਕਰ ਸਕਦਾ, ਉਹਨੂੰ ਕੋਈ ਸ਼ੱਕ ਨਹੀਂ ਕੀਤੀ। ਉਹਨੂੰ ਪਰਮੇਸ਼ਵਰ ਵਿੱਚ ਕੋਈ ਸ਼ੱਕ ਨਹੀਂ ਸੀ, ਉਹਨੂੰ ਪਤਾ ਸੀ ਕਿ ਪਰਮੇਸ਼ਵਰ ਜੋ ਕਹਿੰਦਾ ਉਹ ਕਰੂੰਗਾ। ਪੰਜਵੀਂ ਚੀਜ਼ ਇਬਰਾਹਿਮ ਬਾਰੇ ਸਾਨੂੰ ਕੀ ਦੱਸਦੀ ਆ, ਉਹ ਵਿਸ਼ਵਾਸ ਵਿੱਚ ਤਕੜਾ ਸੀ, ਪਰਮੇਸ਼ਵਰ ਨੂੰ ਮਹਿਮਾ ਦਿੰਦਾ ਸੀ, ਵਿਸ਼ਵਾਸ ਉਹ ਤਕੜਾ ਰਿਹਾ। ਹਾਂ, ਕਦੇ ਕਦੇ ਇੱਥੇ ਉੱਥੇ ਉਹ ਡੋਲਿਆ ਵੀ, ਇਬਰਾਹਿਮ ਦੇ ਵਿੱਚ ਵੀ ਗਲਤੀਆਂ ਸੀਗੀਆਂ, ਪਰ ਰੱਬ ਨੇ ਉਹਦੀਆਂ ਗਲਤੀਆਂ ਨੂੰ ਮਾਫ ਕੀਤਾ। ਕਦੇ ਕਦੇ ਉਹਦੇ ਦਿਲ 'ਚ ਬੇਵਿਸ਼ਵਾਸੀ ਆਈ, ਪਰ ਉਹ ਆਪਣੀ ਬੇਵਿਸ਼ਵਾਸੀ 'ਚ ਬੈਠਾ ਨਹੀਂ ਰਿਹਾ, ਉੱਠਿਆ ਬਾਹਰ, ਕਹਿੰਦਾ ਨਹੀਂ, ਮੈਂ ਮੰਨਦਾ ਆ ਜੋ ਰੱਬ ਕਹਿੰਦਾ ਪਰਮੇਸ਼ਵਰ ਉਹ ਕਰੂੰਗਾ। ਬਾਈਬਲ ਦੱਸਦੀ ਕਈਨਾਂ ਦੀ ਜ਼ਮੀਨ ਦੇ ਵਿੱਚ ਕਾਲ ਪਿਆ। ਇਬਰਾਹਿਮ ਨੇ ਸੁਣਿਆ ਕਿ ਮਿਸਰ ਦੇਸ਼ ਦੇ ਵਿੱਚ, ਈਜਿਪਟ ਦੇ ਵਿੱਚ ਕਾਫੀ ਚਾਰਾ, ਉੱਥੇ ਮੀਂਹ ਪੈਂਦਾ, ਕਾਫੀ ਘਾਹ ਫੂਸ ਆ ਉਹਦੇ ਪਸ਼ੂਆਂ ਦੇ ਲਈ। ਇਬਰਾਹਿਮ ਰੱਬ ਦੀ ਸਲਾਹ ਨਹੀਂ ਪੁੱਛਦਾ, ਬਲਕਿ ਆਪਣੀ ਔਰਤ ਸੇਰਾ ਨੂੰ ਲੈ ਕੇ, ਆਪਣੇ ਨੌਕਰਾਂ ਨੂੰ ਲੈ ਕੇ ਉਹ ਕਈਨਾਂ ਦੀ ਜ਼ਮੀਨ ਨੂੰ ਛੱਡ ਕੇ ਮਿਸਰ ਦੇਸ਼ ਦੇ ਵਿੱਚ ਜਾਂਦਾ। ਤੇ ਅਸੀਂ ਪੜ੍ਹਦੇ ਕਿ ਮਿਸਰ ਦੇਸ਼ 'ਚ ਤਕਲੀਫਾਂ ਆਉਣੀਆਂ ਕਿ ਫੈਰੋ ਸੇਰਾ ਨੂੰ ਲੈ ਜਾਂਦਾ, ਅਤੇ ਫਿਰ ਇਬਰਾਹਿਮ ਰੱਬ ਮੂਹਰੇ ਪ੍ਰਾਰਥਨਾ ਕਰਦਾ ਕਿ ਰੱਬ ਕਿਸੇ ਤਰ੍ਹਾਂ ਉਹਨੂੰ ਫੈਰੋ ਮਿਸਰ ਦੇਸ਼ ਦੇ ਰਾਜੇ ਤੋਂ ਆਜ਼ਾਦ ਕਰੇ। ਤੁਸੀਂ ਕਹਾਣੀ ਪੜ੍ਹ ਸਕਦੇ, ਪਰਮੇਸ਼ਵਰ ਨੂੰ ਆਜ਼ਾਦ ਕਰਦਾ ਸੇਰਾ ਨੂੰ, ਤਾਂ ਰੱਬ ਉਹਨਾਂ ਨੂੰ ਕਿੱਥੇ ਲੈ ਕੇ ਆਉਂਦਾ, ਮੁੜ ਕੇ ਉੱਥੇ ਜਿੱਥੋਂ ਗਏ ਸੀ। ਇਹ ਸੀ ਇਬਰਾਹਿਮ ਦੀ ਗਲਤੀ। ਫਿਰ ਇਬਰਾਹਿਮ ਪ੍ਰਾਰਥਨਾ ਕਰਦਾ, ਇੱਕ ਸਮੇਂ ਪਰਮਾਤਮਾ ਕਹਿੰਦਾ ਇਬਰਾਹਿਮ ਤੇਰੇ ਬੇਟਾ ਪੈਦਾ ਹੋ, ਤਾਂ ਇਬਰਾਹਿਮ ਦਿਲ ਦੇ ਵਿੱਚ ਹੱਸਿਆ। ਕਾਹਦੇ ਲਈ ਹੱਸਿਆ ਕਿ ਹੁਣ ਤਾਂ ਰੱਬ ਮੈਂ ਬੁੱਢਾ ਹੋ ਗਿਆ, ਤੂੰ ਏਦਾਂ ਕਰ, ਆ ਜਿਹੜਾ ਮੇਰਾ ਮੁੰਡਾ ਇਸ਼ਮਾਇਲ ਆ ਰਖੇਲ ਤੋਂ ਹੈ ਕਰ, ਉਹਨੂੰ ਆਸ਼ੀਰਵਾਦ ਦੇ। ਰੱਬ ਕਹਿੰਦਾ ਨਹੀਂ, ਆਈਜ਼ਕ। ਸੋ ਇੱਥੇ ਚਾਹੇ ਉਹ ਮਾੜਾ ਮੋਟਾ ਡੋਲਿਆ, ਪਰ ਉਹ ਡਿੱਗਿਆ ਨਹੀਂ, ਡੋਲਿਆ ਉਹ ਡਿੱਗਿਆ ਨਹੀਂ, ਖੜਾ ਰਿਹਾ। ਪੰਜਵੀਂ ਗੱਲ ਕੀ ਕਹਿੰਦੀ, ਉਹ ਵਿਸ਼ਵਾਸ ਵਿੱਚ ਤਕੜਾ ਸੀ, ਪਰਮੇਸ਼ਵਰ ਨੂੰ ਮਹਿਮਾ ਦਿੰਦਾ ਸੀ। ਛੇਵੀਂ ਚੀਜ਼, ਉਹਨੂੰ ਪੱਕਾ ਵਿਸ਼ਵਾਸ ਸੀ, ਜਿਹੜਾ ਪਰਮੇਸ਼ਵਰ ਨੇ ਬਚਨ ਦਿੱਤਾ ਉਹਨੂੰ ਪੂਰਾ ਕਰਨ ਦੀ ਸ਼ਕਤੀ ਆ, ਉਹਦੇ ਕੋਲ ਪੂਰਾ ਵਿਸ਼ਵਾਸ ਸੀ। ਚਾਹੇ ਚੀਜ਼ਾਂ ਔਖੀਆਂ ਨਜ਼ਰ ਆਉਣ, ਚਾਹੇ ਸਾਨੂੰ ਲੱਗੇ ਕਿ ਰੱਬ ਇਹ ਕਿੱਦਾਂ ਕਰੂੰਗਾ, ਪਰ ਉਹਨੂੰ ਯਕੀਨ ਸੀ ਕਿ ਜੇ ਰੱਬ ਨੇ ਕਹਿਤਾ ਉਹਦੇ ਕੋਲ ਸ਼ਕਤੀ ਆ ਉਹ ਕਰਨ ਲਈ। ਜੇ ਰੱਬ ਨੇ ਮੇਰੇ ਵਰਗੇ ਬੁੱਢੇ ਨੂੰ ਕਹਿਤਾ ਤੇਰੇ ਲੜਕਾ ਹੋ ਤਾਂ ਹੋ, ਕਿਉਂਕਿ ਜੋ ਉਹਨੇ ਕਿਹਾ ਉਹਦੇ ਕੋਲ ਸ਼ਕਤੀ ਆ ਕਰਨ ਦੇ ਲਈ। ਸੋ ਇਬਰਾਹਿਮ ਦੀ ਜ਼ਿੰਦਗੀ ਦੀ ਤੋਰ ਜਿਹੜੀ ਵਿਸ਼ਵਾਸ ਦੀ ਸੀ, ਇਸ ਲਈ ਰੱਬ ਇਬਰਾਹਿਮ ਨੂੰ ਬਹੁਤ ਬੜਾ ਦਰਜਾ ਦਿੰਦਾ। ਕੀ ਕਹਿੰਦਾ, ਵਿਸ਼ਵਾਸ ਦਾ ਪਿਤਾ, ਵਿਸ਼ਵਾਸ ਦਾ ਪਿਤਾ। ਸੋ ਅਸੀਂ ਫਿਰ ਤੋਂ 6 ਚੀਜ਼ਾਂ ਦੇਖਦੇ ਹਾਂ ਜਿਹੜੀਆਂ ਚੀਜ਼ਾਂ ਨੇ ਇਬਰਾਹਿਮ ਨੂੰ ਦਰਜਾ ਦਿੱਤਾ ਕਿ ਉਹ ਵਿਸ਼ਵਾਸ ਦਾ ਪਿਤਾ। ਸਾਡੇ ਸੰਤ ਨੇ ਵੀ ਕਈ ਵਾਰੀ ਜਦੋਂ ਗੱਲ ਕਰਦੇ ਇਬਰਾਹਿਮ ਬਾਰੇ ਕਹਿੰਦੇ ਵਿਸ਼ਵਾਸ ਦਾ ਪਿਤਾ। ਪਹਿਲੀ ਗੱਲ, ਉਸਨੇ ਵਾਅਦਾ ਹਾਸਲ ਕੀਤਾ ਰੱਬ ਤੋਂ ਕਿ ਉਹ ਦੁਨੀਆ ਦਾ ਵਾਰਿਸ ਹੋਵੇਗਾ। ਮਰਨਾ ਔਖਾ, ਦੁਨੀਆ ਦਾ
हजे तो ਉਹਦੇ ਪੁੱਤ ਵੀ नहीं होया, उन यकीन किया। नंबर 2, उसने विश्वास किया रब ते क्यों जड़ा मूर्तियां नूं जींदा करदा है कि शरीर ओदा मरिया बुढ़ा है पर जो रब कहंदा ओ करूंगा, मुर्दे शरीर दे विचों ताकत पा सकदा, सेरा दी कोख सुक्की आ हरी कर सकदा। तीसरी, निराशा विच आस की, जब सारियां चीज़ां गलत लग रही सी, उन्होंने फिर भी आस की कि रब बिंगे राह सीधे कर सकता। उसने फिर भी मनिया कि वो कई देशों का पिता होऊंगा, चाहे उहदे पुत भी नहीं सी। चौथी गल, वो परमेश्वर के बचना विच वादियां विच विश्वास विच ढिला नहीं होया, उसने शक नहीं की रब ते। पांचवां, इब्राहिम विश्वास विच तकड़ा सी अते परमेश्वर दी वडियाई या महिमा करदा सीगा। छेवां, ਉਹਨੂੰ पक्का विश्वास सी कि जो रब कहंदा ਉਹਦੇ ਕੋਲ शक्ति आ ਉਹ वचन पूरा ਕਰਨ ਦੀ। सो इब्राहिम ਦੀ ਤੋਰ, विश्वास ਦੀ ਤੋਰ परमेश्वर ਦੇ ਨਾਲ। इब्राहिम ਨੂੰ ਇਹ ਦਰਜਾ ਦਿੱਤਾ ਗਿਆ कि ਉਹ विश्वास ਦਾ पिता आ, ਉਹ ਸਾਡਾ ਵੀ ਪਿਤਾ ਆ, ਕਿਉਂਕਿ ਅਸੀਂ ਉਹਦੀ ਮਿਸਾਲ ਤੇ ਜੀਸਸ ਨੂੰ ਮੰਨਦੇ ਜਿਸ ਤਰ੍ਹਾਂ ਉਹ ਵਿਸ਼ਵਾਸ ਨਾਲ ਤੁਰਿਆ। 24, ਇਹ ਗੱਲ ਭਈ ਉਹਦੇ ਲਈ ਗਿਣੀ ਗਈ, ਨਿਰੇ ਉਸ ਦੇ ਨਿਮਿਤ ਨਹੀਂ ਲਿਖੀ ਗਈ, ਸਗੋਂ ਸਾਡੇ ਨਿਮਿਤ ਵੀ, ਜਿਨ੍ਹਾਂ ਲਈ ਗਿਣੀ ਜਾਵੇਗੀ, ਅਰਥਾਤ ਸਾਡੇ ਲਈ ਜਿਹੜੇ ਉਸ ਉੱਤੇ ਵਿਸ਼ਵਾਸ ਕਰਦੇ ਹਨ, ਜਿਹਨੇ ਯਸੂ ਸਾਡੇ ਪ੍ਰਭੂ ਨੂੰ ਮੂਰਤੀਆਂ ਵਿੱਚੋਂ ਜਵਾਇਆ, ਜਿਹੜਾ ਸਾਡੇ ਅਪਰਾਧਾਂ ਦੇ ਕਾਰਨ ਫੜਾਇਆ ਗਿਆ, ਸਾਨੂੰ ਧਰਮੀ ਠਹਿਰਾਉਣ ਲਈ ਜਵਾਇਆ ਗਿਆ। ਕਹਿੰਦਾ ਜੀਸਸ ਸਾਡੇ ਪਾਪਾਂ ਖਾਤਰ ਫੜਿਆ ਗਿਆ, ਸਲੀਬ ਤੇ ਚਾੜਿਆ ਗਿਆ, ਸਾਨੂੰ ਪਰਮੇਸ਼ਵਰ ਦੇ ਨਾਲ ਸਹੀ ਬਣਾਉਣ ਦੇ ਲਈ ਜੀਸਸ ਮੂਰਤੀਆਂ ਤੋਂ ਜੀਂਦਾ ਹੋਇਆ। ਅਗਰ ਜੀਸਸ ਮਰਿਆ ਰਹਿੰਦਾ, ਮੂਰਤੀਆਂ ਤੋਂ ਜੀਂਦਾ ਨਾ ਹੁੰਦਾ, ਤਾਂ ਉਹ ਸਾਨੂੰ ਰੱਬ ਨਾਲ ਸਹੀ ਨਹੀਂ ਸੀ ਬਣਾ ਸਕਦਾ, ਪਰ ਉਹ ਮੂਰਤੀਆਂ ਤੋਂ ਜੀਂਦਾ ਹੋ ਕੇ ਆਇਆ। ਉਹ ਸਾਡਾ ਬੜਾ ਜਾਜਕ ਤੇ ਪਾਦਰੀ ਆ, ਉਹ ਸਾਨੂੰ ਪਰਮੇਸ਼ਵਰ ਦੇ ਨਾਲ ਸਹੀ ਕਰ ਸਕਦਾ। ਉਸ ਕ੍ਰਾਸ ਕਰਕੇ ਜਿੱਥੇ ਜੀਸਸ ਪਰਮੇਸ਼ਵਰ ਦਾ ਮੇਮਣਾ ਚੜਾਵਾ ਚੜਿਆ, ਕੁਰਬਾਨੀ ਦਿੱਤੀ, जो सजा मेरे ते आने वाली सी, वो सजा उसने आप उस सलीब ते भोगी। उसने परमेश्वर का गुस्सा क्रोध अपने उत्ते सहा अते मेरे खातर उसने पूरी कीमत तारी ताकि मैं आजाद हो सका। ਉਹ ਸਲੀਬ ਤੇ ਮਰਿਆ, ਉਹਨੂੰ ਦੱਬਿਆ ਗਿਆ, ਪਰ 3 ਦਿਨ ਬਾਅਦ ਉਹ ਜੀਂਦਾ ਹੋ ਕੇ ਆਇਆ ਤੇ ਹੁਣ ਉਹ ਮੈਨੂੰ ਪਰਮੇਸ਼ਵਰ ਨਾਲ ਸਹੀ ਕਰ ਸਕਦਾ, ਕਿਉਂਕਿ ਉਹ ਮਰਿਆ ਨਹੀਂ, ਉਹ ਜੁਗੋ ਜੁਗ ਜੀਂਦਾ ਆ। ਅਸੀਂ ਜਿਹੜੇ ਰੱਬ ਤੋਂ ਦੂਰ ਆ, ਸਾਨੂੰ ਰੱਬ ਦੇ ਲਾਗੇ ਲਿਆ ਸਕਦਾ ਉਹਦੀ ਕੁਰਬਾਨੀ, ਜੋ ਸਾਡੇ ਪਾਪਾਂ ਨੂੰ ਮਾਫ ਕਰ ਸਕਦੀ। ਕਈ ਲੋਕ ਆਪਣੇ ਮੁਲਕਾਂ ਲਈ ਸ਼ਹੀਦ ਹੋਏ, ਧਰਮਾਂ ਆਪਣੇ ਆਪ ਧਰਮਾਂ ਲਈ ਸ਼ਹੀਦ ਹੋਏ, ਪਰ ਉਹ ਮਰੇ ਤਾਂ ਮਰੇ ਰਹਿ ਗਏ, ਉਹ ਜੀਂਦੇ ਨਹੀਂ ਹੋਏ। ਪਰ ਜੀਸਸ ਮਰ ਕੇ ਜੀਂਦਾ ਹੋਇਆ, ਪਹਿਲਾ ਆਦਮੀ ਜਿਸ ਨੇ ਮੌਤ ਨੂੰ ਜਿੱਤਿਆ, ਅਤੇ ਉਹ ਸਦਾ ਦੇ ਲਈ ਜੀਂਦਾ, ਕਿਉਂਕਿ ਜੀਸਸ ਮਰਿਆ ਨਹੀਂ। ਬਾਈਬਲ ਦੱਸਦੀ ਕਿ ਉਹ ਸਵਰਗ ਨੂੰ ਉਠਾਇਆ ਗਿਆ, ਉਹ ਮਰਿਆ ਨਹੀਂ, ਉਹ ਜੀਂਦਾ ਆ। ਤੁਹਾਨੂੰ ਅੱਜ ਉਹ ਪਰਮੇਸ਼ਵਰ ਨਾਲ ਸਹੀ ਕਰ ਸਕਦਾ। ਅਗਰ ਤੁਸੀਂ ਮੰਨੋ ਕਿ ਜੀਸਸ ਤੁਹਾਡੇ ਪਾਪਾਂ ਲਈ ਮਰਿਆ, ਮੰਨੋ ਕਿ ਉਹ ਮਰ ਕੇ ਜੀਂਦਾ ਹੋਇਆ, ਅਗਰ ਤੁਸੀਂ ਮੰਨੋ ਕਿ ਉਸਨੇ ਤੁਹਾਡੇ ਪਾਪਾਂ ਦੀ ਕੀਮਤ ਤਾਰੀ ਤੇ ਉਹਦੇ ਉੱਤੇ ਵਿਸ਼ਵਾਸ ਕਰੋ, ਤਾਂ ਤੁਸੀਂ ਰੱਬ ਨਾਲ ਸਹੀ या धार्मी ठहराए जाओगे। प्रभु सबना छू असी मंगते प्रभु
ਤੁਸੀਂ ਸਾਡਾ ਕਰਜ਼ਾ ਉਤਾਰਿਆ, ਆਪਣਾ ਲਹੂ ਉਸ ਸਲੀਬ ਤੇ ਦਿੱਤਾ। ਪਰਮੇਸ਼ਵਰ ਦਾ ਮੇਮਣਾ ਬਣ ਕੇ ਜਗਤ ਦੇ ਵਿੱਚ ਤੁਸੀਂ ਆਏ। हे ਪ੍ਰਭੂ, ਸਭਨਾਂ ਨੂੰ ਛੂ ਆਸ਼ੀਰਵਾਦ ਦੇ ਆਪਣੇ ਪਵਿੱਤਰ ਨਾਮ ਦੁਆਰਾ। ਸਾਡੇ ਪਿਤਾ ਜੋ ਸਵਰਗ ਵਿੱਚ ਹਨ, ਤੁਹਾਡਾ ਨਾਮ ਪਵਿੱਤਰ ਮੰਨਿਆ ਜਾਏ, ਤੁਹਾਡਾ ਰਾਜ ਆਵੇ, ਤੁਹਾਡੇ ਹੁਕਮਾਂ ਤੇ ਚੱਲਿਆ ਜਾਏ, ਜ਼ਮੀਨ ਤੇ ਜਿਸ ਤਰ੍ਹਾਂ ਸਵਰਗ ਵਿੱਚ ਹੈ। ਪਰਮੇਸ਼ਵਰ, ਸਾਨੂੰ ਅੱਜ ਦਾ ਖਾਣਾ ਦਿਓ, ਸਾਡੇ ਪਾਪਾਂ ਨੂੰ ਮਾਫ ਕਰੋ, ਅਸੀਂ ਸਾਰਿਆਂ ਨੂੰ ਮਾਫ ਕਰੋ ਜਿਨੀ ਸਾਡੇ ਖਿਲਾਫ ਪਾਪ ਕੀਤੇ। ਸਾਨੂੰ ਪ੍ਰੀਖਿਆ ਵਿੱਚ ਪੈਣ ਤੋਂ ਬਚਾਓ, ਬੁਰੀਆਈ ਤੋਂ ਬਚਾਓ। ਤੁਹਾਡਾ ਹੈ ਰਾਜ, ਮਹਿਮਾ, ਸ਼ਕਤੀ ਸਾਡੇ ਪ੍ਰਭੂ ਜੀਸਸ ਦੁਆਰਾ। ਪਿਤਾ ਯਹੋਵਾ, ਉਹਨਾਂ ਦਾ ਬੇਟਾ ਜੀਸਸ, ਪਵਿੱਤਰ ਆਤਮਾ ਦੀ ਸ਼ਕਤੀ, ਸ਼ਾਂਤੀ, ਆਸ਼ੀਰਵਾਦ ਆਵੇ ਜੀਸਸ ਨਾਮ ਦੁਆਰਾ। ਆमीन।